जज्बाती जिंदगी स्टोरीज 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਰੂਹਾਂ 'ਚ ਰਮੇ ਰਿਸ਼ਤੇ। ਲਿਖਤ ਹੈ ਪ੍ਰਸਿੱਧ ਕਹਾਣੀਕਾਰ ਗੁਰਮਲਕੀਤ ਸਿੰਘ ਕਾਲੋਂ ਜੀ ਦੀ। ਉਮੀਦ ਹੈ ਤੁਸੀਂ ਇਹਨਾਂ ਦੀਆਂ ਬਾਕੀ ਕਹਾਣੀਆਂ ਵਾਂਗ ਇਸ ਨੂੰ ਵੀ ਬਹੁਤ ਪਿਆਰ ਦਿਓਗੇ। ਉਸ ਕੁੜੀ ਦਾ ਤਸੱਵਰ ਵਾਰ-ਵਾਰ ਮੇਰੀਆਂ ਅੱਖਾਂ ਮੂਹਰੇ ਉੱਕਰਦਾ ਰਹਿੰਦਾ। ਕਈ ਸਾਲ ਹੋ ਗਏ ਸੀ ਉਹ ਘਟਨਾ ਵਾਪਰਿਆ। ਪਤਾ ਨਹੀਂ ਕਿਉਂ ਉਹ ਦ੍ਰਿਸ਼ ਤਰੋ-ਤਾਜ਼ਾ ਹੋ ਕੇ ਮੇਰੀਆਂ ਅੱਖਾਂ ਮੂਹਰੇ ਕੱਲ ਵਾਂਗ ਉਤਰਨ ਲੱਗ ਜਾਂਦਾ ਸੀ। ਉਸ ਤੋਂ ਬਾਅਦ ਕਿੰਨੀਆਂ ਕਿਤਾਬਾਂ ਪੜ੍ਹ ਲਈਆਂ, ਲੋਕਾਂ ਤੋਂ ਬਹੁਤ ਕੁਝ ਸੁਣ ਲਿਆ ਸੀ, ਕਈ ਕੁਝ ਅਖਬਾਰਾਂ ਤੇ ਰਸਾਲਿਆਂ 'ਚੋਂ ਪੜ੍ਹ ਲਿਆ ਸੀ, ਪਰ ਮਨ ਵਿੱਚ ਘਰ ਕਰ ਗਏ ਉਸ ਕੁੜੀ ਦੇ ਵਤੀਰੇ ਨੂੰ ਕੋਈ ਹੋਰ ਉਲੰਘਦਾ ਕਦੇ ਨਾ ਲੱਗਿਆ। ਗਰਮੀਆਂ ਦੇ ਦਿਨ ਸੀ। ਮੈਂ ਬੱਸ ਰਾਹੀਂ ਮੋਗੇ ਤੋਂ ਫਰੀਦਕੋਟ ਜਾ ਰਿਹਾ ਸੀ। 3 ਸੀਟਾਂ ਵਾਲੀ ਮੂਹਰਿਓਂ 5ਵੀਂ 6ਵੀਂ ਕਤਾਰ ਵਿੱਚ ਬਾਹਰਲੇ ਪਾਸੇ ਬੈਠਾ ਸੀ। ਗਰਮੀਆਂ 'ਚ ਸ਼ੀਸ਼ੇ 'ਚੋਂ ਆਉਂਦੀ ਹਵਾ ਲੈਣ ਦੀ ਖੁਦਗਰਜ਼ੀ ਅਸੀਂ ਸਾਰਿਆਂ ਨੇ ਪਾਲੀ ਹੁੰਦੀ ਆ। ਚੱਲਣ ਤੱਕ ਸਾਡੀ ਬੱਸ ਦੀਆਂ ਸਾਰੀਆਂ ਸੀਟਾਂ ਮੱਲੀਆਂ ਗਈਆਂ ਸੀ। ਬੱਸ ਨੇ ਸ਼ਹਿਰ 'ਚੋਂ ਬਾਹਰ ਨਿਕਲ ਕੇ ਸਪੀਡ ਫੜ ਲਈ ਸੀ। ਅਜੇ ਪਹਿਲਾ ਅੱਡਾ ਲੰਘੇ ਹੋਵਾਂਗੇ ਕਿ ਸਾਡੇ ਵਾਲੀ ਤੋਂ ਪਹਿਲਾਂ ਚੱਲਦੀ ਬੱਸ ਖਰਾਬ ਹੋਈ ਸੜਕ ਦੇ ਪਾਸੇ ਖੜੀ ਦਿਸੀ। ਬੱਸ ਦੇ ਪਿਛਲੇ ਪਾਸੇ ਉਸ ਵਿੱਚੋਂ ਉਤਰੀਆਂ ਸਵਾਰੀਆਂ ਇੱਕ ਦੂਜੇ ਤੋਂ ਕਾਹਲੀ ਵਿਖਾਉਂਦੇ ਹੋਏ ਸਾਡੇ ਵਾਲੀ ਦੇ ਮੂਹਰੇ ਹੋ ਕੇ ਹੱਥ ਦੇ ਰਹੀਆਂ ਸੀ। ਹੋਰ ਪੈਸੇ ਵਟ ਲੈਣ ਦਾ ਲਾਲਚ ਸਾਰੇ ਬੱਸਾਂ ਵਾਲਿਆਂ ਨੂੰ ਹੁੰਦਾ। ਸਾਡੇ ਡਰਾਈਵਰ ਨੇ ਦੂਰੋਂ ਹੀ ਸੱਜਾ ਪੈਰ ਰੇਸ ਵਾਲੇ ਲੀਵਰ ਤੋਂ ਚੁੱਕ ਕੇ ਉਸ ਨੂੰ ਬ੍ਰੇਕ ਪੈਡਲ ਉੱਤੇ ਟਿਕਾ ਕੇ ਹਲਕੀ ਹਰਕਤ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਡੀ ਬੱਸ ਖਰਾਬ ਬੱਸ ਤੋਂ ਥੋੜਾ ਪਿੱਛੇ ਰੁਕ ਗਈ। ਕੰਡਕਟਰ ਬਾਹਰ ਨਿਕਲਿਆ ਤੇ ਦੋਹਾਂ ਬਾਰੀਆਂ 'ਚੋਂ ਸਵਾਰੀਆਂ ਨੂੰ ਚੜਾਉਣ ਲੱਗ ਪਿਆ। ਚੜਾਉਣ ਦੀ ਥਾਂ ਮੈਂ ਤੁੰਨਣੀਆਂ ਕਹਾਂ ਤਾਂ ਜ਼ਿਆਦਾ ਠੀਕ ਰਹੇਗਾ। ਉਹ ਹੱਥ ਦੇ ਇਸ਼ਾਰੇ ਨਾਲ ਥੋੜਾ ਅੱਗੇ ਨੂੰ ਹੋ ਜੋ ਭਾਈ ਦੀਆਂ ਆਵਾਜ਼ਾਂ ਦੇਈ ਜਾ ਰਿਹਾ ਸੀ। ਖਰਾਬ ਬੱਸ ਦੀਆਂ ਜਿੰਨੀਆਂ ਕੁ ਸਵਾਰੀਆਂ ਵੜ ਸਕਦੀਆਂ ਸੀ, ਕੁਝ ਚੜ੍ਹ ਤੇ ਕੁਝ ਲਮਕ ਗਈਆਂ। ਕੰਡਕਟਰ ਨੇ ਬਾਹਰੋਂ ਜ਼ੋਰ ਲਗਾ ਕੇ ਮੂਹਰਲੀ ਖਿੜਕੀ ਬੰਦ ਕੀਤੀ ਤੇ ਫਿਰ ਪਿਛਲੀ ਦੇ ਪਹਿਲੇ ਪਾਏਦਾਨ ਉੱਤੇ ਪੈਰ ਰੱਖ ਕੇ ਟੁੱਟਵੀਂ ਸੀਟੀ ਮਾਰਦਿਆਂ ਬੱਸ ਚਲਵਾ ਲਈ। ਸਧਾਰਨ ਜਿਹੇ ਚਿੱਟੇ ਕੱਪੜਿਆਂ ਵਾਲੀ ਇੱਕ ਬਜ਼ੁਰਗ ਮਾਤਾ ਮੇਰੀ ਵਾਲੀ ਕਤਾਰ ਤੋਂ ਥੋੜਾ ਮੂਹਰੇ ਟੇਢੀ ਹੋਈ ਖੜੀ ਸੀ। ਇੱਕ ਹੱਥ ਵਿੱਚ ਕਸੇ ਜੇ ਕੱਪੜੇ ਦਾ ਝੋਲਾ ਸੰਭਾਲਦੀ ਹੋਈ, ਦੂਜੇ ਹੱਥ ਸਿਰ ਉੱਪਰਲੇ ਪਾਈਪ ਫੜ ਕੇ ਉਹ ਆਪਣਾ ਭਾਰਾ ਸਰੀਰ ਡਿੱਗਣੋਂ ਬਚਾ ਰਹੀ ਸੀ। ਤੇਜ਼ ਰਫ਼ਤਾਰ ਤੇ ਟੁੱਟੀ ਸੜਕ ਦੇ ਹਿਚਕੋਲਿਆਂ ਕਾਰਨ ਮਾਤਾ ਤੋਂ ਖੜ ਨਹੀਂ ਸੀ ਹੋ ਰਿਹਾ। ਉਸਨੇ ਮੇਰੇ ਮੂਹਰਲੀ ਕਤਾਰ ਦੇ ਅੰਦਰਲੇ ਪਾਸੇ ਬੈਠੇ ਅਲੂਏ ਜੇ ਮੁੰਡੇ ਨੂੰ ਪਰੇ ਨੂੰ ਹੋ ਕੇ ਥਾਂ ਦੇਣ ਦਾ ਤਰਲਾ ਮਾਰਿਆ। ਮੁੰਡਾ ਅਗਾਂਹ ਨੂੰ ਹੋਣ ਹੀ ਲੱਗਾ ਸੀ, ਪਰ ਵਿਚਕਾਰ ਬੈਠੇ ਟਾਈ ਤੇ ਰੰਗਦਾਰ ਐਨਕਾਂ ਵਾਲੇ ਬਾਬੂ ਨੇ ਮੁੰਡੇ ਨੂੰ ਚੁੰਡੀ ਵੱਢ ਕੇ ਰੋਕ ਦਿੱਤਾ। ਬਾਬੂ ਨੇ ਨੱਕ ਉੱਤੇ ਰੁਮਾਲ ਪਹਿਲਾਂ ਹੀ ਰੱਖਿਆ ਹੋਇਆ ਸੀ। ਸ਼ਾਇਦ ਉਸਦੇ ਨਾਜ਼ੁਕ ਨੱਕ ਨੂੰ ਹਮਾਤੜਾਂ ਦੇ ਪਸੀਨੇ ਦੀ ਹਵਾੜ ਤੰਗ ਕਰ ਰਹੀ ਸੀ। ਮੈਲੇ ਜੇ ਝੋਲੇ ਵਾਲੀ ਬਜ਼ੁਰਗ ਮਾਤਾ ਤੋਂ ਵੀ ਉਸਨੂੰ ਇਹੀ ਡਰ ਲੱਗਾ ਹੋ। ਬੱਸ ਨੇ ਮੋੜ ਕੱਟਿਆ ਤੇ ਮਾਤਾ ਸਮੇਤ ਕਈ ਸਵਾਰੀਆਂ ਇੱਕ ਪਾਸੇ ਨੂੰ ਡਿੱਗਦੀਆਂ ਬਚੀਆਂ। ਡਿੱਗਣ ਤੋਂ ਬਚਾਅ ਕਰਦਿਆਂ ਸਾਰਿਆਂ ਦੇ ਪਾਈਪ ਨੂੰ ਪਈ ਹੱਥਾਂ ਦੀ ਪਕੜ ਹੋਰ ਕੱਸੀ ਗਈ ਸੀ। ਉਸ ਮਾਤਾ ਤੋਂ ਥੋੜਾ ਪਿੱਛੇ ਸੁਹਜ ਜਿਹੇ ਲਿਬਾਸ ਵਿੱਚ ਸੁਨੱਖੀ ਕੁੜੀ ਖੜੋਤੀ ਸੀ। ਮਾਤਾ ਨੂੰ ਸੀਟ ਤੋਂ ਹੋਈ ਨਾ ਉਸਨੇ ਵੀ ਨੋਟ ਕੀਤੀ। ਆਪਣੇ ਆਪ ਨੂੰ ਸੰਭਾਲਦੇ ਹੋਏ ਉਹ ਭੀੜ ਤੋਂ ਖਿਸਕਦੀ ਹੋਈ ਮਾਤਾ ਦੇ ਮੂਹਰੇ ਆਣ ਖੜੋਈ ਤੇ ਉਸੇ ਮੁੰਡੇ ਨੂੰ ਥੋੜੀ ਥਾਂ ਦੇਣ ਲਈ ਕਿਹਾ। ਇਸ ਵਾਰ ਟਾਈ ਵਾਲੇ ਬਾਬੂ ਜੀ ਮੁੰਡੇ ਤੋਂ ਪਹਿਲਾਂ ਦਿਆਲੂ ਹੋ ਗਏ। ਉਸਨੇ ਕੁੜੀ ਨੂੰ ਕੋਈ ਨਾ ਜੀ ਕੋਈ ਨਾ, ਆਰਾਮ ਨਾਲ ਬੈਠੋ ਤੁਸੀਂ ਕਹਿ ਕੇ ਮੁੰਡੇ ਨੂੰ ਆਪਣੀਆਂ ਲੱਤਾਂ ਵਿੱਚ ਖੜਾ ਲਿਆ। ਕੁੜੀ ਨੇ ਉਸੇ ਮਾਤਾ ਦਾ ਝੋਲਾ ਫੜਿਆ ਤੇ ਉਸ ਦਾ ਪਾਈਪ ਨੂੰ ਪਿਆ ਹੱਥ ਛੁਡਵਾ ਕੇ ਖਾਲੀ ਹੋਈ ਉਸ ਸੀਟ ਉੱਤੇ ਬਹਾ ਦਿੱਤਾ। ਐਨਕ ਬਾਬੂ ਦੀਆਂ ਗੁੱਸੇ ਨਾਲ ਲਾਲ ਹੋ ਕੇ ਤਣ ਗਈਆਂ ਅੱਖਾਂ ਅਸੀਂ ਕਈਆਂ ਨੇ ਵੇਖੀਆਂ। ਖੱਬੇ ਪਾਸੇ 2 ਵਾਲੀ ਸੀਟ ਤੋਂ ਇੱਕ ਮੁੰਡਾ ਉੱਠਿਆ ਤੇ ਹੱਥ ਵਿੱਚ ਫਸਲੀ ਸਪਰੇਅ ਵਾਲਾ ਡੱਬਾ ਫੜ ਕੇ ਖੜੋਤੇ ਬਾਪੂ ਜੀ ਨੂੰ ਬਹਾ ਦਿੱਤਾ। ਮੈਂ ਤੇ ਕੁਝ ਹੋਰਾਂ ਨੇ ਸੀਟਾਂ ਛੱਡ ਕੇ ਖੜੇ ਕੁਝ ਹੋਰ ਬਜ਼ੁਰਗਾਂ ਨੂੰ ਬਹਾ ਦਿੱਤਾ। ਬੱਸ ਜਿਵੇਂ ਪੈਂਡਾ ਮਕਾਉਂਦੀ ਗਈ ਹਰ ਅੱਡੇ ਤੇ ਸਵਾਰੀਆਂ ਉਤਰਦੀਆਂ ਚੜ੍ਹਦੀਆਂ ਰਹੀਆਂ ਤੇ ਭੀੜ ਘਟਦੀ ਗਈ। ਤਲਵੰਡੀ ਪਹੁੰਚਣ ਤੱਕ ਸਵਾਰੀਆਂ ਦੀ ਗਿਣਤੀ ਸੀਟਾਂ ਦੇ ਬਰਾਬਰ ਹੋ ਗਈ ਸੀ। ਖੜਿਆਂ ਵਿੱਚ ਮੈਂ, ਉਹ ਸੁਨੱਖੀ ਕੁੜੀ ਤੇ ਇੱਕ ਹੋਰ ਰਹਿ ਗਈ ਸੀ। ਅਗਲੇ ਅੱਡੇ ਐਨਕ ਬਾਬੂ ਦੇ ਪਿਛਲੀ ਲਾਈਨ ਤੋਂ 3 ਸਵਾਰੀਆਂ ਇਕੱਠੀਆਂ ਉਤਰ ਗਈਆਂ। ਮੈਂ ਇਸ ਕੁੜੀ ਨੂੰ ਬੈਠਣ ਲਈ ਕਿਹਾ, ਪਰ ਉਸਦੇ ਸਤਿਕਾਰ ਭਰੇ ਲਹਿਜੇ ਨਾਲ ਤੁਸੀਂ ਸ਼ੀਸ਼ੇ ਵੱਲ ਬੈਠੋ
ਕਹਿਣ ਕਰਕੇ ਮੈਂ ਆਖਰੀ ਸੀਟ ਉੱਤੇ ਬੈਠ ਗਿਆ ਤੇ ਮੂਰਲੀ ਸੀਟ ਤੋਂ ਐਨਕ ਬਾਬੂ ਦੇ ਖੜਾਏ ਹੋਏ ਮੁੰਡੇ ਨੂੰ ਸੀਟ ਦੇ ਉੱਪਰੋਂ ਦੀ ਖਿਸਕਾ ਕੇ ਮੈਂ ਆਪਣੇ ਖੱਬੇ ਪਾਸੇ ਬਹਾ ਲਿਆ। ਅੰਦਰਲੇ ਪਾਸੇ ਵਾਲੀ ਤੀਜੀ ਸੀਟ ਉੱਤੇ ਕੁੜੀ ਬੈਠ ਗਈ। ਸਵਾਰੀਆਂ ਘਟਣ ਕਰਕੇ ਸ਼ੀਸ਼ਿਆਂ 'ਚੋਂ ਹਵਾ ਆਰ-ਪਾਰ ਹੋ ਕੇ ਪਸੀਨੇ ਸੁਕਾਉਣ ਲੱਗੀ ਸੀ। ਬੇਸ਼ੱਕ ਫਰੀਦਕੋਟ ਤੱਕ ਪਹੁੰਚਣ ਤੱਕ ਸਾਡੀ ਕੋਈ ਗੱਲਬਾਤ ਨਾ ਹੋਈ, ਪਰ ਮੇਰੇ ਮਨ ਵਿੱਚ ਉਸ ਕੁੜੀ ਪ੍ਰਤੀ ਸਤਿਕਾਰ ਜਾਗ ਆਇਆ ਸੀ। ਸਾਡੀ ਬੱਸ ਅੱਡੇ ਵਿੱਚ ਪਹੁੰਚ ਕੇ ਖਾਲੀ ਹੋਣ ਲੱਗੀ ਸੀ। ਉਹ ਕੁੜੀ ਅੰਦਰਲੇ ਪਾਸੇ ਬੈਠੀ ਹੋਣ ਕਰਕੇ ਮੇਰੇ ਤੋਂ ਪਹਿਲਾਂ ਉਤਰ ਕੇ ਆਪਣੇ ਰਾਹੇ ਪੈ ਗਈ। ਕੁਝ ਦਿਨਾਂ ਬਾਅਦ ਇਸ ਘਟਨਾ ਦੀ ਯਾਦ ਫਿੱਕੀ ਹੋ ਕੇ ਮੇਰੀ ਯਾਦਾਂ ਵਾਲੀ ਪਟਾਰੀ ਵਿੱਚ ਸਟੋਰ ਹੋ ਗਈ, ਪਰ ਉਸ ਕੁੜੀ ਦੀ ਚੰਗਿਆਈ ਤੇ ਆਪਣੱਤ ਦਾ ਪਰਛਾਵਾਂ ਮੇਰੇ ਮਨ ਉੱਤੇ ਉਕਰ ਗਿਆ। 2-3 ਸਾਲ ਲੰਘੇ ਹੋਣਗੇ। ਸ਼ਹਿਰ ਰਹਿੰਦੇ ਹੋਣ ਕਰਕੇ ਮੈਨੂੰ ਕਿਸੇ ਕੰਮ ਲਈ ਮਿਊਨਿਸਪੈਲਿਟੀ ਦਫ਼ਤਰ ਜਾਣਾ ਪਿਆ। ਆਪਣੀ ਦਰਖਾਸਤ ਸੰਬੰਧਤ ਕਲਰਕ ਮੂਹਰੇ ਰੱਖੀ। ਉਹ ਕਹਿੰਦਾ, ਜੀ ਤੁਸੀਂ ਪਹਿਲਾਂ ਮੈਡਮ ਤੋਂ ਮਾਰਕ ਕਰਵਾ ਲਿਆਓ, ਤੇ ਨਾਲ ਹੀ ਇਸ਼ਾਰੇ ਨਾਲ ਉਸਨੇ ਮੈਡਮ ਦੇ ਦਫ਼ਤਰ ਦਾ ਦਰਵਾਜ਼ਾ ਸਮਝਾ ਦਿੱਤਾ। ਫਾਈਲ ਮੇਰੇ ਖੱਬੇ ਹੱਥ 'ਚ ਸੀ। ਸੱਜੇ ਹੱਥ ਨਾਲ ਚੈੱਕ ਚੁੱਕ ਕੇ ਅੰਦਰ ਝਾਕਿਆ। ਮੈਡਮ ਮੂਹਰੇ ਪਈ ਕਿਸੇ ਫਾਈਲ ਉੱਤੇ ਕੁਝ ਲਿਖ ਰਹੇ ਸੀ। ਅੰਦਰ ਜਾ ਸਕਣ ਦੀ ਆਗਿਆ ਲੈਣ ਵਾਲੀ ਮੇਰੀ ਬੇਨਤੀ ਸੁਣ ਕੇ ਜਿਵੇਂ ਹੀ ਮੈਡਮ ਨੇ ਸਿਰ ਉੱਪਰ ਚੱਕਿਆ, ਮੇਰੀਆਂ ਯਾਦਾਂ ਵਿਚਲੀ ਘੰਟੀ ਖੜਕਣ ਲੱਗ ਪਈ। ਮਨ ਗਵਾਹੀ ਭਰਨ ਲੱਗਾ ਕਿ ਮੈਡਮ ਨੂੰ ਕਿਤੇ ਵੇਖਿਆ ਹੋਇਆ। ਯਾਦ ਨਹੀਂ ਸੀ ਆ ਰਿਹਾ। ਕੰਮ ਦਾ ਖਿਆਲ ਭੁੱਲ ਕੇ ਆਪਣੀ ਯਾਦ ਉੱਤੇ ਆਪਣੇ ਆਪ ਜ਼ੋਰ ਪੈਣ ਲੱਗ ਪਿਆ। ਆਪਣੱਤ ਭਰੀ ਮੁਸਕਰਾਹਟ ਨਾਲ ਮੈਨੂੰ ਬੈਠਣ ਦਾ ਇਸ਼ਾਰਾ ਹੋਇਆ। ਮੈਂ ਅਜੇ ਸੰਵਰ ਕੇ ਬੈਠਾ ਨਹੀਂ ਸਾਂ। ਮੈਡਮ ਨੇ ਘੰਟੀ ਵਜਾਈ। ਸੇਵਾਦਾਰ ਅੰਦਰ ਆਇਆ। 2 ਪਿਆਲੇ ਚਾਹ ਤੇ ਕੁਝ ਨਾਲ ਦਾ ਆਰਡਰ ਸੁਣ ਕੇ ਮੈਂ ਆਲੇ ਦੁਆਲੇ ਵੇਖਿਆ। ਮੇਰੇ ਤੋਂ ਬਿਨਾਂ ਤਾਂ ਅੰਦਰ ਕੋਈ ਨਹੀਂ ਸੀ। ਮੈਂ ਯਾਦ ਦੇ ਘੋੜੇ ਹੋਰ ਤੇਜ਼ ਕੀਤੇ। ਮਿੰਟ ਕੁ ਲਾ ਕੇ ਮੈਡਮ ਨੇ ਹੱਥਲੀ ਫਾਈਲ ਦਾ ਕੰਮ ਮੁਕਾਇਆ ਤੇ ਨੋਟ ਚੇਪੀ ਲਾ ਕੇ ਪਾਸੇ ਰੱਖ ਦਿੱਤੀ। ਮੈਡਮ ਦੇ ਸਵਾਲ ਨੇ ਮੇਰੀ ਸੋਚ ਨੂੰ ਚਾਬੀ ਚਾੜ੍ਹਤੀ। ਕਿੱਥੇ ਰਹਿੰਦੇ ਹੋ? ਉਸ ਤੋਂ ਬਾਅਦ ਕਦੇ ਦਰਸ਼ਨ ਹੀ ਨਹੀਂ ਹੋਏ ਤੁਹਾਡੇ। ਆਵਾਜ਼ ਮੈਨੂੰ ਜਾਣੀ ਪਹਿਚਾਣੀ ਲੱਗੀ। ਕੀ ਕਹਾਂ, ਦੁਚਿੱਤੀ 'ਚ ਪੈ ਗਿਆ। ਪਹਿਚਾਣਿਆ ਨਹੀਂ ਕਹਿਣਾ ਉਸਨੂੰ ਬੁਰਾ ਲੱਗੇਗਾ। ਮੈਂ ਸੋਚੀ ਜਾ ਰਿਹਾ ਸੀ। ਇੱਕ ਵਾਰ ਆਪਾਂ ਮੋਗਿਓਂ ਇਕੱਠੇ ਆਏ ਸੀ ਬੱਸ ਵਿੱਚ। ਮੈਡਮ ਦੀ ਪਹਿਚਾਣ ਨੇ ਭਟਕਰੇ ਮੇਰੇ ਦਿਮਾਗ ਨੂੰ ਟਿਕਾਣੇ ਪਹੁੰਚਾ ਦਿੱਤਾ। ਧੁੰਦਲਾ ਹੋਇਆ ਬੱਸ ਵਾਲਾ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਮੂਹਰੇ ਤਾਜ਼ਾ ਹੋ ਗਿਆ। ਸੌਰੀ ਮੈਡਮ, ਵੈਰੀ ਸੌਰੀ। ਅਸਲ ਵਿੱਚ ਮੈਂ ਆਪਣੀ ਫਾਈਲ ਬਾਰੇ ਸੋਚੀ ਜਾ ਰਿਹਾ ਸੀ। ਸਹਿਜ ਹੋਣ ਲਈ ਮੈਂ ਝੂਠ ਨੂੰ ਠੁੰਮਣਾ ਬਣਾਉਣ ਦਾ ਯਤਨ ਕੀਤਾ। ਸੌਰੀ ਕਾਦੀ, ਹੋ ਜਾਂਦਾ ਇੰਜ ਕਦੇ ਕਦਾਈ, ਤੇ ਹੋਣਾ ਵੀ ਚਾਹੀਦਾ ਆ। ਮੈਡਮ ਦੇ ਬੁੱਲ੍ਹਾਂ ਉੱਤੇ ਸ਼ਰਾਰਤੀ ਮੁਸਕਰਾਹਟ ਸੀ। ਮੈਨੂੰ ਲੱਗਿਆ ਜਿਵੇਂ ਉਸਨੇ ਮੇਰਾ ਕੱਚਾ ਜਿਹਾ ਝੂਠ ਫੜ ਲਿਆ ਹੋਵੇ। ਸੇਵਾਦਾਰ ਚਾਹ ਦੇ ਕੱਪ ਤੇ 2-3 ਤਰ੍ਹਾਂ ਦੇ ਬਿਸਕੁਟਾਂ ਵਾਲੀ ਪਲੇਟ ਮੇਜ਼ ਤੇ ਰੱਖ ਗਿਆ। ਲਓ ਜੀ, ਕਹਿਣ ਤੋਂ ਪਹਿਲਾਂ ਮੈਡਮ ਨੇ ਸੱਜੇ ਹੱਥ ਸਟੂਲ ਤੇ ਪਿਆ ਮਿਠਾਈ ਵਾਲਾ ਡੱਬੇ ਉੱਪਰਲੀ ਪੈਕਿੰਗ ਖੋਲ੍ਹ ਕੇ ਮੇਰੇ ਮੂਹਰੇ ਕਰਦਿਆਂ ਚਾਹ ਤੋਂ ਪਹਿਲਾਂ ਮੂੰਹ ਮਿੱਠਾ ਕਰਨ ਲਈ ਕਿਹਾ। ਹੁਣੇ ਦੇ ਕੇ ਗਿਆ ਸੀ ਕੋਈ। ਸ਼ਾਇਦ ਉਸਨੂੰ ਤੁਹਾਡੇ ਇੱਥੇ ਆਉਣ ਦੀ ਸੂਹ ਲੱਗ ਗਈ ਹੋਵੇ, ਤਾਂ ਹੀ ਉਹ ਖਾਸ ਤੌਰ ਤੇ ਦੇਸੀ ਘਿਓ ਦੇ ਬੂੰਦੀ ਵਾਲੇ ਲੱਡੂ ਦੇ ਕੇ ਗਿਆ। ਮੈਨੂੰ ਲੱਗਿਆ ਜਿਵੇਂ ਮੈਡਮ ਨੂੰ ਫਿਰ ਕੋਈ ਸ਼ਰਾਰਤ ਸੁੱਝੀ ਹੋਵੇ। ਚਾਹ ਦੀਆਂ ਚੁਸਕੀਆਂ ਭਰਦਿਆਂ ਮੈਡਮ ਨੇ ਆਪਣੇ ਬਾਰੇ ਦੱਸਣ ਤੋਂ ਪਹਿਲਾਂ ਹੁਕਮ ਚਾੜਿਆ ਕਿ ਉਹ ਮੇਰੇ ਤੋਂ ਛੋਟੀ ਹੈ, ਇਸ ਕਰਕੇ ਮੈਂ ਉਸਦਾ ਨਾਂ ਲੈ ਕੇ ਗੱਲ ਕਰਾਂ। ਸ਼ਾਇਦ ਉਸਨੇ ਫਾਈਲ ਤੇ ਲਿਖੀ ਮੇਰੀ ਜਨਮ ਤਰੀਕ ਪੜ੍ਹ ਲਈ ਸੀ। ਉਸਨੇ ਕਿਹਾ ਕਿ ਉਸਦਾ ਪੂਰਾ ਨਾਂ ਤਾਂ ਬਾਹਰ ਬੋਰਡ ਤੋਂ ਮੈਂ ਪੜ੍ਹ ਲਿਆ ਹੋ, ਪਰ ਘਰ ਵਿੱਚ ਉਸਨੂੰ ਸ਼ਰਨ ਕਹਿ ਕੇ ਬੁਲਾਇਆ ਜਾਂਦਾ। 2 ਨਿੱਕੇ ਬੱਚਿਆਂ ਦੀ ਮਾਂ ਤੇ ਸਰਕਾਰੀ ਡਾਕਟਰ ਦੀ ਜੀਵਨ ਸਾਥਣ, ਫੌਜੀ ਪਿਤਾ ਤੇ ਅਧਿਆਪਕਾ ਮਾਂ ਦੀ ਲਾਡਲੀ ਬੇਟੀ। ਸਿਰ ਉੱਤੇ ਵੱਡੇ 2 ਭਰਾਵਾਂ ਦੇ ਹੱਥ। 2 ਮਿੰਟ ਵਿੱਚ ਸ਼ਰਨ ਨੇ ਆਪਣੀ ਪਹਿਚਾਣ ਪਟਾਰੀ ਮੇਰੇ ਮੂਹਰੇ ਖੋਲ੍ਹ ਦਿੱਤੀ ਤੇ ਮੇਰਾ ਖੁਲਾਸਾ ਸੁਣਨ ਲਈ ਅੱਖਾਂ ਮੇਰੇ ਚਿਹਰੇ ਤੇ ਕੱਢ ਲਈਆਂ। ਸੰਖੇਪ ਵਿੱਚ ਮੈਂ ਆਪਣੇ ਬਾਰੇ ਦੱਸ ਦਿੱਤਾ, ਜੋ ਉਸਨੂੰ ਚੰਗਾ ਲੱਗਾ। ਸ਼ਰਨ ਨੇ ਦੱਸਿਆ ਕਿ ਉਹ ਚੰਗੇ ਗੁਣਾਂ ਵਾਲੇ ਇਨਸਾਨਾਂ ਨੂੰ ਆਪਣੀ ਮਾਲਾ ਦੇ ਮਣਕੇ ਸਮਝਦੀ ਆ ਤੇ ਉਹਨਾਂ ਦੇ ਕੀਤੇ ਚੰਗੇ ਕੰਮਾਂ ਨੂੰ ਰੋਜ਼ ਯਾਦ ਕਰਦੀ ਆ। ਭਾਜੀ, ਕੁਦਰਤ ਰਿਸ਼ਤੇ ਬਣਾ ਕੇ ਨਹੀਂ ਭੇਜਦੀ। ਉਸਨੇ ਤਾਂ ਸਾਡੇ ਅੰਦਰ ਇੰਜ ਦਾ ਚੁੰਬਕ ਫਿੱਟ ਕਰ ਦਿੱਤਾ ਜੋ ਆਪਣੇ ਵਰਗਿਆਂ ਪ੍ਰਤੀ ਖਿੱਚ ਰੱਖਦਾ। ਸਾਨੂੰ ਉਹੀ ਚੰਗਾ ਲੱਗੂ ਜੋ ਸਾਡੇ ਵਰਗਾ ਹੋ।
ਸਾਡੇ ਮਨ ਦੀ ਖਿੱਚ ਆਪਣੇ ਵਰਗਿਆਂ ਦੀ ਭਾਲ ਵਿੱਚ ਰਹਿੰਦੀ ਆ। ਕਈ ਆਪਣੀ ਚੰਗਿਆਈ ਦੀ ਚਿਣਗ ਸਾਡੇ ਮਨਾਂ ਵਿੱਚ ਬਾਲ ਕੇ ਮੁੜ ਨਹੀਂ ਲੱਭਦੇ, ਜਿਵੇਂ ਬੱਸ ਵਾਲੀ ਗੱਲ ਤੋਂ ਬਾਅਦ ਤੁਸੀਂ ਗਵਾਚ ਗਏ ਸੀ। ਬਹੁਤੀ ਵਾਰ ਕੁਦਰਤ ਕੋਈ ਸਬੱਬ ਬਣਾ ਦਿੰਦੀ ਆ, ਜਿਵੇਂ ਤੁਹਾਨੂੰ ਇਹ ਕੰਮ ਖਿੱਚ ਲਿਆਇਆ। ਨਿਰਸੰਦੇਹ ਸਮਾਜ ਰਿਸ਼ਤਿਆਂ ਦੀਆਂ ਵਲਗਣਾਂ ਵਿੱਚ ਵੱਜਾ ਹੋਇਆ, ਪਰ ਮਨਾਂ ਵਿੱਚ ਚੰਗੇ ਲੋਕਾਂ ਦੀ ਯਾਦ ਰਿਸ਼ਤਿਆਂ ਵਾਲਾ ਨਿੱਘ ਬਣਾਈ ਰੱਖਦੀ ਹੈ। ਸਿੱਖਣ ਦੀ ਲੋਚਾ ਨਾਲ ਅਸੀਂ ਚੰਗਿਆਂ ਤੋਂ ਚੰਗਾ ਸਿੱਖ ਕੇ ਹੋਰ ਚੰਗੇ ਹੋਈ ਜਾਂਦੇ ਹਾਂ। ਮੈਨੂੰ ਪਤਾ ਲੱਗਾ ਕਿ ਮੇਰੇ ਇਸ ਸੀਟ ਤੇ ਆਉਣ ਤੋਂ ਪਹਿਲਾਂ ਕਈ ਲੋਕ ਆਪਣੇ ਕੰਮਾਂ ਲਈ ਚੱਕਰ ਮਾਰ-ਮਾਰ ਜੁੱਤੀਆਂ ਘਸਾ ਲੈਂਦੇ ਸੀ। ਲੋਕ ਦੱਸਦੇ ਨੇ ਕਿ ਇੱਥੇ ਫਾਈਲਾਂ ਦੇ ਢੇਰ ਲੱਗੇ ਰਹਿੰਦੇ ਸੀ। ਹੁਣ ਵੇਖ ਲਓ, ਤੁਹਾਡੇ ਸਾਹਮਣੇ ਆ। ਜਾਇਜ਼ ਕੰਮ ਲਈ ਕਿਸੇ ਨੂੰ ਦੂਜੀ ਵਾਰ ਆਉਣ ਦੀ ਲੋੜ ਨਹੀਂ ਪੈਂਦੀ। ਇਹ ਕੁਝ ਮੈਂ ਤੁਹਾਡੇ ਵਰਗੇ ਚੰਗਿਆਂ ਤੋਂ ਹੀ ਸਿੱਖ ਕੇ ਕਰ ਸਕਣ ਦੇ ਸਮਰੱਥ ਹੋਈ ਹਾਂ। ਆਹ ਲੱਡੂ ਨਿਰੇ ਮਿੱਠੇ ਤੇ ਸਵਾਦੀ ਨਹੀਂ, ਅਸੀਸਾਂ ਨਾਲ ਵੀ ਗੜੁੱਚ ਨਹੀਂ। ਕਿਸੇ ਦੇ ਮਨ ਚੋਂ ਨਿਕਲੀ ਅਸੀਸ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਦਿੰਦੀ ਆ। ਸਬਰ ਸੰਤੋਖ ਨਾਲ ਮਾਲਾ ਮਾਲ ਹੋ ਜਾਈਦਾ। ਕਿਸੇ ਦੇ ਦੁੱਖਾਂ ਨਾਲ ਭਖਦੇ ਮਨ ਚੋਂ ਨਿਕਲੀ ਬਾਦੂਆ ਦੇ ਧੂਏਂ ਦੀ ਅੱਗ ਸੋਨੇ ਦੀ ਲੰਕਾ ਵੀ ਰਾਖ ਕਰ ਦਿੰਦੀ ਆ। ਭਾਜੀ, ਅਸੀਂ ਇਹ ਸੋਚ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ ਕਿ ਸਾਡੇ ਕੀਤਿਆਂ ਕੀ ਫਰਕ ਪੈ ਜੂ। ਚਿੜੀ ਵੱਲੋਂ ਜੰਗਲ ਦੀ ਅੱਗ ਬੁਝਾਉਣ ਵਾਲੀ ਮਿਸਾਲ ਸਾਡੇ ਚੇਤਿਆਂ ਵਿੱਚ ਵਸੀ ਰਹਿਣੀ ਚਾਹੀਦੀ ਆ। ਦੂਜੇ ਨੂੰ ਬੁਰਾ ਕਹਿਣ ਤੇ ਉਸ ਤੋਂ ਦੂਰੀ ਦੀ ਥਾਂ ਆਪਣੇ ਆਪ ਨੂੰ ਬੁਰਾਈ ਤੋਂ ਬਚਾ ਕੇ ਰੱਖਣ ਦੀ ਲੋੜ ਹੁੰਦੀ ਹੈ। ਸ਼ਰਨ ਦੀਆਂ ਗੱਲਾਂ ਮੇਰੇ ਮਨ ਵਿੱਚ ਧੱਸ ਰਹੀਆਂ ਸੀ। ਮੈਨੂੰ ਕਿਸੇ ਦੇਵੀ ਮੂਹਰੇ ਬੈਠਾ ਮਹਿਸੂਸ ਹੋਣ ਲੱਗ ਪਿਆ। ਕੰਮਾਂ ਵਾਲੇ ਲੋਕ ਬਾਹਰ ਉਡੀਕ ਵਿੱਚ ਸਨ। ਸ਼ਰਨ ਨੇ ਮੇਰਾ ਫੋਨ ਨੰਬਰ ਪੁੱਛ ਕੇ ਉਸ ਉੱਤੇ ਆਪਣੇ ਮੋਬਾਈਲ ਫੋਨ ਤੋਂ ਮਿਸ ਕਾਲ ਮਾਰ ਕੇ ਆਪਣਾ ਨੰਬਰ ਪਹੁੰਚਾ ਦਿੱਤਾ। ਉਸਨੇ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਰਹਿਣ ਦਾ ਵਾਅਦਾ ਮੇਰੇ ਤੋਂ ਲਿਆ ਤੇ ਕਦੇ ਪਰਿਵਾਰਾਂ ਦੇ ਮੇਲ ਮਿਲਾਪ ਦੀ ਇੱਛਾ ਪ੍ਰਗਟਾਈ। ਆਖਰ ਉਸਨੇ ਮੇਰੀ ਫਾਈਲ ਖੋਲੀ, ਉਸਨੂੰ ਘੋਖਿਆ, ਉਸ ਉੱਤੇ ਅਪਰੂਵਡ ਵਾਲੀ ਮੋਹਰ ਲਾ ਕੇ ਦਸਤਖਤ ਕੀਤੇ ਤੇ ਮੇਰੇ ਹੱਥ ਫੜਾਈ। ਘਰ ਪਹੁੰਚ ਕੇ ਮੈਂ ਸੋਚੀ ਜਾ ਰਿਹਾ ਸੀ, ਇੰਜ ਦੇ ਲੋਕ ਅਜੇ ਸਰਕਾਰੀ ਦਫ਼ਤਰਾਂ ਵਿੱਚ ਹੋਣ ਕਰਕੇ ਹੀ ਸਿਸਟਮ ਚੱਲੀ ਜਾ ਰਿਹਾ। ਦਿਨ, ਮਹੀਨੇ ਤੇ ਸਾਲ ਲੰਘਦੇ ਗਏ। ਕਿਸੇ ਦੇ ਕੰਮ ਆ ਸਕਣਾ ਔਖਾ ਲੱਗਦਾ ਤਾਂ ਸ਼ਰਨ ਦੇ ਦਫ਼ਤਰ ਵਾਲੀ ਰੀਲ ਮੇਰੇ ਮਨ 'ਚ ਘੁੰਮਣ ਲੱਗਦੀ। ਮੇਰਾ ਡੋਲਿਆ ਹੌਸਲਾ ਅਡੋਲ ਹੋ ਜਾਂਦਾ। ਖਾਸ ਤਿੱਥ ਤਿਉਹਾਰਾਂ ਮੌਕੇ ਅਸੀਂ ਇੱਕ ਦੂਜੇ ਨਾਲ ਸ਼ੁਭ ਕਾਮਨਾਵਾਂ ਸਾਂਝੀਆਂ ਕਰ ਲੈਂਦੇ। ਉਹ ਮੈਨੂੰ ਭਾਜੀ ਕਹਿ ਕੇ ਸੰਬੋਧਨ ਹੁੰਦੀ ਤੇ ਮੈਂ ਉਸਦਾ ਨਾਂ ਲਿਖਦਾ। ਸਾਡਾ ਮਿਲਣ ਦਾ ਸਬੱਬ ਕਦੇ ਬਣ ਨਾ ਸਕਿਆ। ਸਾਡੇ ਵੱਲੋਂ ਇਹ ਉਚੇਚ ਕੀਤਾ ਵੀ ਨਹੀਂ ਸੀ ਗਿਆ। ਜਾਣ ਪਹਿਚਾਣ ਹੋਈ ਨੂੰ 2.5-3 ਸਾਲ ਲੰਘੇ ਹੋਣਗੇ। ਸਾਡੇ ਗਵਾਂਢੀ ਨੂੰ ਮਿਊਨਿਸਪੈਲਿਟੀ ਦਫ਼ਤਰ ਵਿੱਚ ਮੇਰੇ ਵਰਗਾ ਹੀ ਕੰਮ ਸੀ। ਕੁਝ ਸਾਲ ਪਹਿਲਾਂ ਵੀ ਉਸਨੂੰ ਇੰਜ ਦੇ ਕੰਮ ਕਰਕੇ ਹੋਈ ਖੱਜਲ ਖੁਆਰੀ ਯਾਦ ਸੀ। ਉਸਦੀ ਪਰੇਸ਼ਾਨੀ ਸਮਝ ਕੇ ਮੈਂ ਸ਼ਰਨ ਨੂੰ ਫੋਨ ਕੀਤਾ। ਮੋਬਾਈਲ ਫੋਨ ਬੰਦ ਆ ਰਿਹਾ ਸੀ। ਘਬਰਾਹਟ ਹੋਣੀ ਕੁਦਰਤੀ ਸੀ। ਇੰਜ ਦੇ ਮੌਕੇ ਬੁਰੇ ਖਿਆਲ ਆ ਹੀ ਜਾਂਦੇ ਨੇ, ਪਰ ਮਨ ਨੂੰ ਧਰਵਾਸ ਦੇਣ ਲਈ ਨੰਬਰ ਬਦਲ ਲਿਆ ਹੋ ਕਹਿ ਲਿਆ। ਪਰ ਨਾਲ ਹੀ ਮਨ ਨੇ ਸਵਾਲ ਕਰ ਲਿਆ, ਜੇ ਸ਼ਰਨ ਨੰਬਰ ਬਦਲਦੀ ਤਾਂ ਉਸਨੇ ਦੱਸਣਾ ਜ਼ਰੂਰ ਸੀ। ਪਰ ਉਹ ਭੁੱਲ ਕਿਉਂ ਗਈ ਹੋ? ਮੇਰਾ ਮਨ ਬੇਚੈਨ ਹੋਣ ਲੱਗ ਪਿਆ। ਘੜੀ ਵੇਖੀ ਤਾਂ ਦਫ਼ਤਰ ਬੰਦ ਹੋਣ ਦਾ ਸਮਾਂ ਲੰਘੇ ਨੂੰ ਘੰਟਾ ਹੋ ਗਿਆ ਸੀ। ਮੈਂ ਰਾਤ ਬੇਚੈਨੀ ਵਿੱਚ ਕੱਟੀ। ਬੁਰੇ ਖਿਆਲ ਪਿੱਛਾ ਨਹੀਂ ਸੀ ਛੱਡ ਰਹੇ। ਘੜੀ ਵੇਖ ਕੇ ਰਾਤ ਲੰਘਾਈ। ਮਿੰਟ ਘੰਟਿਆਂ ਵਾਂਗ ਲੰਘ ਰਹੇ ਸੀ। ਸਵੇਰ ਹੋਈ ਤਾਂ ਦਫ਼ਤਰ ਖੁੱਲਣ ਤੋਂ ਅੱਧਾ ਘੰਟਾ ਪਹਿਲਾਂ ਉੱਥੇ ਪਹੁੰਚ ਗਿਆ। ਹੈਰਾਨ ਹੋਏ ਸੇਵਾਦਾਰ ਨੇ ਝਾੜੂ ਪਾਸੇ ਰੱਖ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਕੰਮ ਪੁੱਛਿਆ। ਮੈਡਮ ਵਾਲੀ ਸ਼ਾਖਾ ਨਾਲ ਕੰਮ ਬਾਰੇ ਸੁਣ ਕੇ ਉਸਨੇ ਦੱਸਿਆ ਕਿ ਉਹ ਤਾਂ ਕਈ ਦਿਨਾਂ ਤੋਂ ਚੰਡੀਗੜ੍ਹ PGI ਦਾਖਲ ਹੈ। ਮੈਂ ਜਲਦੀ ਨਾਲ ਘਰ ਪਹੁੰਚਾ। ਪਤਨੀ ਅਚਾਨਕ ਮੇਰੀ ਚੰਡੀਗੜ੍ਹ ਦੀ ਤਿਆਰੀ ਤੋਂ ਹੈਰਾਨ ਹੋ ਗਈ। ਇੱਕ ਦੋ ਵਾਰ ਪਤਨੀ ਨਾਲ ਗੱਲ ਤਾਂ ਹੋਈ ਸੀ ਸ਼ਰਨ ਬਾਰੇ, ਪਰ ਮੈਂ ਮਨ ਵਾਲੀ ਵਿਚਾਰਕ ਨੇੜਤਾ ਦਾ ਜ਼ਿਕਰ ਨਹੀਂ ਸਾਂ ਕਰ ਸਕਿਆ। ਪਹਿਲਾਂ ਸੋਚਿਆ ਦੱਸ ਕੇ ਚੰਡੀਗੜ੍ਹ ਜਾਵਾਂ, ਪਰ ਕਾਹਲ ਵਿੱਚ ਸੱਚ ਦੱਸਣ ਦਾ ਮੌਕਾ ਹੀ ਨਹੀਂ। ਇਹ ਸੋਚ ਕੇ ਟਾਲ ਗਿਆ। ਆਪਣੇ ਦਫ਼ਤਰੀ ਕੰਮ ਬਾਰੇ ਕਹਿ ਕੇ ਚੱਲ ਪਿਆ। 3.5 ਘੰਟਿਆਂ ਦਾ ਸਫ਼ਰ ਮੇਰੇ ਲਈ ਔਖਾ ਸੀ। 80-90 ਦੀ ਰਫ਼ਤਾਰ ਤੇ ਚਲਾ ਰਹੇ ਬੱਸ ਡਰਾਈਵਰ ਉੱਤੇ ਗੁੱਸਾ ਆਈ ਜਾਵੇ। ਟੈਕਸੀ ਲੈ ਕੇ PGI ਪਹੁੰਚਾ। ਰਿਸੈਪਸ਼ਨ ਤੋਂ ਦਾਖਲ ਮਰੀਜ਼ਾਂ ਵਾਲੀ ਸੂਚੀ ਚੋਂ ਸ਼ਰਨ ਤੇ ਉਸਦੇ ਪਤੀ ਦਾ ਨਾਂ ਪੜ੍ਹ ਕੇ ਲੱਤਾਂ ਕੰਬਣ ਲੱਗੀਆਂ।
ਉਹ ਕਿਡਨੀ ਸ਼ਾਖਾ ਵਾਲੀ ICU ਵਿੱਚ ਦਾਖਲ ਸੀ। ਮਰੀਜ਼ ਸੂਚੀ ਵਿੱਚੋਂ ਹੀ ਉਸਦੇ ਪਤੀ ਦਾ ਨੰਬਰ ਲੈ ਕੇ ਫੋਨ ਕੀਤਾ। ਮੂਹਰਿਓਂ ਹੈਲੋ ਦੀ ਮੱਧਮ ਜਿਹੀ ਆਵਾਜ਼ ਆਈ। ਮੈਂ ਆਪਣੀ ਪਹਿਚਾਣ ਦੱਸੀ। ਅੱਛਾ, ਫਰੀਦਕੋਟ ਵਾਲੇ ਪ੍ਰੀਤਮੋਹਨ ਸਿੰਘ? ਇਸ ਵਾਰ ਆਵਾਜ਼ ਕੁਝ ਉੱਚੀ ਸੀ। ਕੌਣ, ਭਾਜੀ ਨੇ? ਆਵਾਜ਼ ਥਿੜਕਵੀਂ ਤੇ ਥੋੜੀ ਹਟਵੀਂ ਸੀ, ਪਰ ਮੈਂ ਪਹਿਚਾਣ ਲਿਆ, ਸ਼ਰਨ ਸੀ। ਉਸਨੇ ਪਤੀ ਦੇ ਮੂੰਹੋਂ ਮੇਰਾ ਨਾਂ ਸੁਣ ਲਿਆ ਸੀ। ਰਿਸੈਪਸ਼ਨ ਤੇ ਆ ਰਿਹਾ ਕਹਿ ਕੇ ਡਾਕਟਰ ਸਿੱਧੂ ਨੇ ਫੋਨ ਕੱਟ ਦਿੱਤਾ। ਰਿਸੈਪਸ਼ਨ ਹਾਲ 'ਚ ਵੜਦੇ ਹੀ ਡਾਕਟਰ ਸਿੱਧੂ ਦੀਆਂ ਨਜ਼ਰਾਂ ਮੇਰੇ ਨਾਲ ਟਕਰਾ ਗਈਆਂ। 2 ਕੁ ਸਾਲ ਪਹਿਲਾਂ ਅਖਬਾਰ ਵਿੱਚ ਕਿਸੇ ਖਬਰ ਦੇ ਨਾਲ ਛਪੀ ਉਹਨਾਂ ਦੀ ਫੋਟੋ ਮੇਰੇ ਜ਼ਿਹਨ 'ਚ ਉੱਕਰ ਆਈ ਸੀ। ਮੇਰੇ ਵੱਲੋਂ ਇਹ ਕਿੰਜ ਹੋ ਗਿਆ? ਪੁੱਛਣ ਤੋਂ ਪਹਿਲਾਂ ਹੀ ਡਾਕਟਰ ਸਿੱਧੂ ਨੇ ਦੱਸਣਾ ਸ਼ੁਰੂ ਕਰ ਦਿੱਤਾ। ਸ਼ਾਇਦ ਉਹਨਾਂ ਨੂੰ ਆਪਣੀ ਭੁੱਲ ਯਾਦ ਆ ਗਈ ਹੋਵੇ ਕਿ ਪਰਿਵਾਰ ਤੇ ਆਈ ਕਿਸੇ ਔਖੀ ਘੜੇ ਬਾਰੇ ਦੱਸਣ ਦੀ ਪਹਿਲ ਆਪਣਿਆਂ ਤੋਂ ਸ਼ੁਰੂ ਕਰੀਦੀ ਆ। ਭਾਜੀ, 2-2.5 ਮਹੀਨਿਆਂ ਤੋਂ ਸ਼ਰਨ ਕਮਜ਼ੋਰੀ ਮਹਿਸੂਸ ਕਰ ਰਹੀ ਸੀ, ਪਰ ਉਹ ਇਸ ਨੂੰ ਆਮ ਜਿਹੀ ਗੱਲ ਸਮਝਦੀ ਰਹੀ। 20 ਕੁ ਦਿਨ ਪਹਿਲਾਂ ਦਫ਼ਤਰੋਂ ਘਰ ਪਹੁੰਚੀ ਹੀ ਸੀ ਕਿ ਅਚਾਨਕ ਚੱਕਰ ਆਇਆ ਤੇ ਫਿਰ ਉਸ ਤੋਂ ਉੱਠ ਹੀ ਨਹੀਂ ਹੋਇਆ। ਮੈਂ ਹਸਪਤਾਲ ਡਿਊਟੀ ਤੇ ਸੀ। ਸ਼ਾਇਦ ਤੁਹਾਨੂੰ ਪਤਾ ਹੀ ਹੋ, ਮੇਰੀ ਬਦਲੀ ਬਰਨਾਲੇ ਹੋ ਗਈ ਆ। ਮੇਰੇ ਕਹਿਣ ਤੇ ਘਰ ਵਾਲੇ ਇੱਥੇ ਲੈ ਆਏ। ਟੈਸਟਾਂ ਦੀ ਰਿਪੋਰਟ ਆਈ ਤਾਂ ਸਾਡੀ ਹਾਲਤ ਅਚਾਨਕ ਡਿੱਗੇ ਬੰਬ ਵਰਗੀ ਹੋ ਗਈ। ਦੋਵੇਂ ਕਿਡਨੀਆਂ ਅੱਗੜ ਪਿਛੜ ਖਰਾਬ ਹੋ ਗਈਆਂ ਸੀ। ਡਾਇਲਸਿਸ ਦੇ ਆਸਰੇ ਕਿੰਨਾ ਕੁ ਚਿਰ ਜੀਵਿਆ ਜਾ ਸਕਦਾ? ਹੁਣ ਤੇ ਇਸ ਦੀ ਜਾਨ ਕਿਸੇ ਦਾਨੀ ਦੀ ਮਨ ਮੇਰ ਉੱਤੇ ਨਿਰਭਰ ਹੋ ਗਈ ਆ। ਜ਼ਿੰਦਗੀ ਦੇ ਸਵਾਲ ਤੱਕ ਪਹੁੰਚ ਕੇ ਡਾਕਟਰ ਸਿੱਧੂ ਦਾ ਗਲਾ ਜਵਾਬ ਦੇ ਗਿਆ। ਉਂਝ ਵੀ ਥੋੜੇ ਸ਼ਬਦਾਂ ਵਿੱਚ ਬਹੁਤਾ ਕੁਝ ਦੱਸ ਕੇ ਉਸਨੇ ਮੇਰੇ ਮੂਹਰੇ ਦਾਨੀ ਲੱਭਣ ਵਾਲਾ ਤਰਲਾ ਵੀ ਮਾਰ ਦਿੱਤਾ ਸੀ। ਮੈਨੂੰ ਉੱਥੇ ਬਹਾ ਕੇ ਡਾਕਟਰ ਸਿੱਧੂ ਮੈਨੂੰ ਮਰੀਜ਼ ਨਾਲ ਮਿਲਾਉਣ ਦੀ ਆਗਿਆ ਪਰਚੀ ਲੈਣ ਚਲੇ ਗਏ। 5 ਕੁ ਮਿੰਟਾਂ ਬਾਅਦ ਉਹਨਾਂ ਦਾ ਇਸ਼ਾਰਾ ਸਮਝ ਕੇ ਮੈਂ ਪਿੱਛੇ ਚੱਲ ਪਿਆ। ਲਿਫਟ ਰਾਹੀਂ 4ਥੀ ਮੰਜ਼ਿਲ ਪਹੁੰਚ ਕੇ ਥੋੜੀ ਦੂਰ ICU ਵਾਰਡ ਦਾ ਬੋਰਡ ਮੈਂ ਪੜ੍ਹਿਆ। ਉਹਨਾਂ ਦਰਵਾਜ਼ਾ ਲੰਘ ਕੇ ਨਰਸ ਨੂੰ ਆਗਿਆ ਪਰਚੀ ਵਿਖਾਈ। ਨਰਸਾਂ ਨੇ ਮੈਨੂੰ ਮਾਸਕ ਤੇ ਦਸਤਾਨੇ ਪਵਾਏ ਤੇ ਕੁਝ ਨਸੀਹਤਾਂ ਦਿੰਦੇ ਹੋਏ ਡਾਕਟਰ ਸਿੱਧੂ ਦੇ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ। ਥੋੜਾ ਅੱਗੇ ਜਾ ਕੇ ਅਸੀਂ ਕੋਨੇ ਵਾਲੇ ਕਮਰੇ ਵਿੱਚ ਪਹੁੰਚ ਗਏ। ਸ਼ਰਨ ਨੂੰ ਪਹਿਚਾਨਣਾ ਔਖਾ ਹੋ ਗਿਆ ਸੀ। ਬਾਹਾਂ ਵਿੱਚ ਹੋਈ ਹਰਕਤ ਤੋਂ ਹੀ ਮੈਂ ਸਮਝ ਗਿਆ ਕਿ ਉਹ ਹੱਥ ਜੋੜਨ ਦੇ ਯਤਨ ਕਰ ਰਹੀ ਆ। ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਆਪਣੇ ਮੱਥੇ ਨਾਲ ਲਾਏ। ਫਰਕ ਦੇ ਬੁੱਲਾਂ ਤੋਂ ਮੈਂ ਸਮਝ ਲਿਆ ਸੀ ਕਿ ਉਸ ਨੂੰ ਸ਼ਬਦ ਨਹੀਂ ਔੜ ਰਹੇ। ਉਹ ਭਾਵੁਕਤਾ ਸਮੇਟਣ ਦੇ ਅਸਫਲ ਯਤਨ ਕਰ ਰਹੀ ਸੀ। ਭਾਜੀ, ਬਹੁਤ ਚੰਗਾ ਕੀਤਾ। ਮੈਂ ਕਈ ਦਿਨਾਂ ਤੋਂ ਉਡੀਕਦੀ ਸੀ। ਜਾਂਦੀ ਵਾਰ। ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਦੀਆਂ ਅੱਖਾਂ ਵਹਿਣ ਲੱਗ ਪਈਆਂ ਤੇ ਆਵਾਜ਼ ਸਾਥ ਛੱਡ ਗਈ। ਮੈਨੂੰ ਕਿਸੇ ਮਨੋਵਿਗਿਆਨੀ ਦਾ ਕਿਹਾ ਯਾਦ ਆਇਆ, ਇਹੋ ਜਿਹੇ ਮੌਕੇ ਮਰੀਜ਼ ਨੂੰ ਦਿੱਤਾ ਹੌਸਲਾ ਮਰੀਜ਼ ਦੇ ਸਰੀਰ ਵਿੱਚ ਬਿਮਾਰੀ ਨਾਲ ਲੜਨ ਦੀ ਸ਼ਕਤੀ ਵਧਾ ਦਿੰਦਾ। ਨਰਸ ਦੀ ਹਦਾਇਤ ਅਨੁਸਾਰ ਜਜ਼ਬਾਤਾਂ ਤੇ ਕਾਬੂ ਪਾ ਕੇ ਮੈਂ ਜੋ ਵੀ ਚੰਗਾ ਕਹਿ ਸਕਦਾ ਸੀ ਸ਼ਰਨ ਨੂੰ ਕਿਹਾ। ਮਰੀਜ਼ ਕੋਲ ਰਹਿ ਸਕਣ ਦੇ ਮਿੰਟ ਖਤਮ ਹੋ ਗਏ ਸਨ। ਇਸ ਤੋਂ ਪਹਿਲਾਂ ਕਿ ਨਰਸ ਆ ਕੇ ਕੁਝ ਕਹਿੰਦੀ, ਡਾਕਟਰ ਸਿੱਧੂ ਨੇ ਮੈਨੂੰ ਇਸ਼ਾਰਾ ਕੀਤਾ ਤੇ ਅਸੀਂ ਬਾਹਰ ਆ ਗਏ। ਕਿਡਨੀ ਟ੍ਰਾਂਸਪਲਾਂਟ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਸੀ ਉਦੋਂ। ਮੈਂ ਡਾਕਟਰ ਸਿੱਧੂ ਨੂੰ ਦਾਨੀ ਕਿਹੋ ਜਿਹਾ ਹੋਣਾ ਚਾਹੀਦਾ ਬਾਰੇ ਵਿਸਥਾਰ ਨਾਲ ਦੱਸਣ ਲਈ ਕਿਹਾ। ਡਾਕਟਰ ਸਿੱਧੂ ਨੇ ਦੱਸਿਆ ਕਿ ਦਾਨੀ ਦੇ ਲਹੂ ਦਾ ਗਰੁੱਪ ਮਰੀਜ਼ ਨਾਲ ਮਿਲਦਾ ਹੋਣਾ ਇਸ ਦੀ ਮੁੱਢਲੀ ਲੋੜ ਆ। ਉਸ ਤੋਂ ਬਾਅਦ ਕੁਝ ਹੋਰ ਟੈਸਟਾਂ ਵਿੱਚ ਇਕਸਾਰਤਾ ਹੋਣੀ ਚਾਹੀਦੀ ਆ, ਜੋ ਆਮ ਕਰਕੇ ਸਾਂਝੇ ਲਹੂ ਗਰੁੱਪ ਵਾਲਿਆਂ ਵਿੱਚ ਹੀ ਹੋ ਜਾਂਦੀ ਆ। ਚੈੱਕ ਕਿੱਥੋਂ ਤੇ ਕਿਵੇਂ ਕਰਾਈਦਾ? ਸ਼ਰਨ ਦਾ ਗਰੁੱਪ ਕਿਹੜਾ? ਬਲੱਡ ਗਰੁੱਪ ਤੇ ਕੁਝ ਹੋਰ ਇੱਕੋ ਤਰ੍ਹਾਂ ਦਾ ਹੋਣ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਗਿਆ। ਉਹਨਾਂ ਦੇ ਮੂੰਹੋਂ A ਪੋਜ਼ਿਟਿਵ ਨਿਕਲਦਿਆਂ ਹੀ ਮੇਰੇ ਮਨ ਨੇ ਜ਼ੋਰ ਦੀ ਹੁੱਜ ਮਾਰੀ, ਵੇਖੀ ਕਿਤੇ ਮੌਕਾ ਨਾ ਖੁੰਝਾ ਲਈ। ਕਾਲਜ ਪੜ੍ਹਦਿਆਂ ਸਾਡੇ ਖੂਨ ਟੈਸਟ ਹੋਏ ਸੀ ਤੇ ਮੈਨੂੰ ਆਪਣਾ ਗਰੁੱਪ ਯਾਦ ਸੀ। ਇਸ ਤੋਂ ਪਹਿਲਾਂ ਕਿ ਡਾਕਟਰ ਸਿੱਧੂ ਵਿਸਥਾਰ ਨੂੰ ਅਗਾਂਹ ਤੋਰਦੇ, ਮੈਂ ਆਪ ਮੁਹਾਰੇ ਉੱਠ ਖੜੋਇਆ। ਡਾਕਟਰ ਸਾਹਿਬ, ਗਰੁੱਪ ਤੇ ਮੇਰਾ ਵੀ ਇਹੋ ਹੀ ਆ, ਚਲੋ ਚੈੱਕ ਕਰਾਈਏ। ਡਾਕਟਰ ਸਿੱਧੂ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਵੇਖੀ ਜਾਣ। ਪਲ ਦੋ ਪਲ ਉਹ ਉਂਝ ਹੀ ਮੇਰੇ ਵੱਲ ਝਾਕਦੇ ਰਹੇ। ਮੈਨੂੰ ਲੱਗਿਆ ਉਹਨਾਂ ਨੂੰ ਮੇਰੇ ਉੱਤੇ ਯਕੀਨ ਨਾ ਵੱਜ ਰਿਹਾ ਹੋਵੇ। ਹੋ ਸਕਦਾ
ਇਹ ਸੋਚਦੇ ਹੋਣਗੇ ਇਹ ਕਮਲਾ ਤਾਂ ਨਹੀਂ ਹੋ ਗਿਆ। 2 ਕੁ ਮਿੰਟ ਸਾਡੇ ਦੋਹਾਂ ਕੋਲ ਕਹਿਣ ਲਈ ਕੁਝ ਨਹੀਂ ਸੀ। ਬਸ ਉਹ ਮੇਰੇ ਵੱਲ ਵੇਖਦੇ ਰਹੇ ਤੇ ਮੈਂ ਉਹਨਾਂ ਦੇ ਚਿਹਰੇ ਦੇ ਬਦਲਦੇ ਤੇਵਰ ਤੱਕਦਾ ਰਿਹਾ। ਥੋੜਾ ਸੰਭਲ ਕੇ ਬੋਲੇ, ਪ੍ਰੀਤ ਜੀ, ਇਹ ਕੰਮ ਇੰਨਾ ਸੌਖਾ ਨਹੀਂ ਜਿੰਨੀ ਸਹਿਜਤਾ ਨਾਲ ਤੁਸੀਂ ਕਹਿ ਗਏ ਹੋ। ਪਹਿਲਾਂ ਤੁਸੀਂ ਘਰ ਜਾ ਕੇ ਆਪਣਾ ਮਨ ਬਣਾਓ, ਫਿਰ ਪਰਿਵਾਰ ਨੂੰ ਭਰੋਸੇ ਵਿੱਚ ਲਓ। ਜੇ ਤੁਹਾਡੀ ਪਤਨੀ, ਬੱਚੇ ਤੇ ਮਾਪੇ ਸਹਿਮਤੀ ਪ੍ਰਗਟਾਉਣ ਤਾਂ ਅਸੀਂ ਇਸ ਤੋਂ ਅਗਾਂਹ ਚੱਲਾਂਗੇ, ਪਰ ਉਸ ਵਾਸਤੇ ਕਾਫੀ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨੀ ਪਏਗੀ। ਉਹ ਸ਼ੁਰੂ ਕਰਾਂਗੇ। ਨਹੀਂ ਡਾਕਟਰ ਸਾਹਿਬ, ਮੈਂ ਤਿਆਰ ਹਾਂ। ਤੁਸੀਂ ਮੇਰੇ ਟੈਸਟ ਕਰਾਓ। ਸ਼ਰਨ ਵਰਗੀਆਂ ਚੰਗੀਆਂ ਰੂਹਾਂ ਘਰ ਘਰ ਪੈਦਾ ਨਹੀਂ ਹੁੰਦੀਆਂ ਤੇ ਮੈਨੂੰ ਉਸ ਦੀ ਜਾਨ ਦੀ ਪਰਵਾਹ ਆਪਣੇ ਤੋਂ ਵੱਧ ਹੈ। ਪਤਾ ਨਹੀਂ ਮੇਰੇ ਤੋਂ ਹੋਰ ਕੀ ਕਹਿ ਹੋ ਗਿਆ। ਮੈਨੂੰ ਜਜ਼ਬਾਤਾਂ 'ਚੋਂ ਉਭਾਰਨ ਲਈ ਡਾਕਟਰ ਸਿੱਧੂ ਬਾਹਰ ਲੈ ਆਏ। ਥੋੜੀ ਦੂਰ ਸੜਕ ਦੇ ਦੂਜੇ ਪਾਸੇ ਬਣੀ ਕੰਟੀਨ 'ਚ ਜਾ ਬੈਠੇ। ਉਹਨਾਂ ਕੌਫੀ ਤੇ ਕੁਝ ਖਾਣ ਲਈ ਮੰਗਵਾਇਆ। ਮੈਂ ਸਮਝ ਰਿਹਾ ਸੀ ਕਿ ਉਹ ਮੈਨੂੰ ਸਹਿਜ ਕਰਨ ਦਾ ਯਤਨ ਕਰ ਰਹੇ ਨੇ। ਅਸੀਂ ਕੋਨੇ ਵਾਲੇ ਟੇਬਲ ਤੇ ਬੈਠੇ ਸੀ। ਮੈਂ ਪਤਨੀ ਨੂੰ ਫੋਨ ਲਾਇਆ। ਚੰਡੀਗੜ੍ਹ ਆਉਣ ਦੇ ਕਾਰਨ ਦਾ ਸੱਚ ਨਾ ਦੱਸਣ ਲਈ ਸੌਰੀ ਕਹਿ ਕੇ ਉਸਨੂੰ ਸਭ ਦੱਸਿਆ। ਨਾਰਾਜ਼ਗੀ ਜਤਾਉਣ ਦੀ ਥਾਂ ਵੀਰਪਾਲ ਨੇ ਘਰ ਦਾ ਫਿਕਰ ਛੱਡ ਕੇ ਸ਼ਰਨ ਦੀ ਦੇਖਭਾਲ ਤੇ ਚੰਡੀਗੜ੍ਹ ਰਹਿ ਕੇ ਡਾਕਟਰ ਸਿੱਧੂ ਦੀ ਮਦਦ ਬਾਰੇ ਕਹਿ ਕੇ ਮੇਰਾ ਹੌਸਲਾ ਵਧਾ ਦਿੱਤਾ। ਮੇਰੇ ਤੋਂ ਗਲਤੀ ਨਾਲ ਫੋਨ ਦੀ ਸਕਰੀਨ ਉੱਤੇ ਸਪੀਕਰ ਉੱਤੇ ਉਂਗਲੀ ਵੱਜਣ ਕਰਕੇ ਡਾਕਟਰ ਸਿੱਧੂ ਨੇ ਸਾਡੀ ਸਾਰੀ ਗੱਲ ਸੁਣ ਲਈ ਸੀ। ਮੈਂ ਨੋਟ ਕੀਤਾ, ਉਹਨਾਂ ਦੇ ਚਿਹਰੇ ਉੱਤੇ ਤਸੱਲੀ ਤੇ ਉਮੀਦ ਵਾਲੀ ਰੰਗਤ ਉੱਭਰ ਆਈ ਸੀ। ਕੌਫੀ ਦੇ ਘੁੱਟ ਭਰਦਿਆਂ ਡਾਕਟਰ ਸਿੱਧੂ ਦੱਸਦੇ ਗਏ ਕਿ ਜੇ ਟੈਸਟਾਂ ਵਿੱਚ ਸਾਰਾ ਕੁਝ ਠੀਕ ਹੋਇਆ ਤਾਂ ਸਰਕਾਰ ਤੋਂ ਗੁਰਦਾਦਾਨੀ ਵਜੋਂ ਮਨਜ਼ੂਰੀ ਲੈਣੀ ਪਏਗੀ। ਉਹਨਾਂ ਟੈਸਟ ਤੋਂ ਬਾਅਦ ਘਰ ਜਾ ਕੇ ਫਿਰ ਤੋਂ ਸੋਚ ਵਿਚਾਰ ਕਰਨ ਬਾਰੇ ਕਿਹਾ। ਮੈਂ ਫਿਰ ਦ੍ਰਿੜਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਨਾ ਮੈਂ ਜ਼ਿੱਦ ਕਰ ਰਿਹਾ, ਨਾ ਜਜ਼ਬਾਤੀ ਹੋ ਕੇ ਕਹਿ ਰਿਹਾ। ਜੋ ਕੁਝ ਕਹਿ ਰਿਹਾ ਉਹ ਮੌਕੇ ਦੀ ਨਜ਼ਾਕਤ ਅਨੁਸਾਰ ਸੋਚ ਸਮਝ ਕੇ ਲਿਆ ਸੰਜੀਦਾ ਫੈਸਲਾ ਹੈ। ਬੇਸ਼ੱਕ ਵੀਰਪਾਲ ਨਾਲ ਗੱਲ ਹੋਣ ਤੋਂ ਬਾਅਦ ਮੈਂ ਹੋਰ ਹੌਸਲੇ ਵਿੱਚ ਆ ਗਿਆ ਸੀ, ਪਰ ਡਾਕਟਰ ਸਿੱਧੂ ਦੀ ਤਸੱਲੀ ਲਈ ਮੈਂ ਦੁਬਾਰਾ ਪਤਨੀ ਦਾ ਨੰਬਰ ਡਾਇਲ ਕਰ ਲਿਆ। ਇਸ ਵਾਰ ਮੈਂ ਸਪੀਕਰ ਜਾਣਬੁੱਝ ਕੇ ਔਨ ਕਰ ਲਿਆ ਸੀ। ਮੈਂ ਵੀਰਪਾਲ ਨੂੰ ਦੱਸਿਆ ਕਿ ਬਲੱਡ ਗਰੁੱਪ ਇੱਕੋ ਹੋਣ ਕਾਰਨ ਮੈਂ ਗੁਰਦਾਦਾਨੀ ਵਾਲੇ ਨੇਕ ਕਾਰਜ ਲਈ ਹਾਂ ਕਰ ਦਿੱਤੀ ਹੈ। ਮੈਂ ਤਾਂ ਤੁਹਾਡੇ ਫੋਨ ਤੋਂ ਬਾਅਦ ਕਹਿਣ ਹੀ ਵਾਲੀ ਸੀ ਕਿ ਤੁਸੀਂ ਆਪਣੇ ਟੈਸਟ ਕਰਵਾ ਕੇ ਵੇਖ ਲਓ। ਭਲਾ ਇਸ ਤੋਂ ਪੁੰਨ ਵਾਲਾ ਕੰਮ ਹੋਰ ਕਿਹੜਾ ਹੋ ਸਕਦਾ। ਮੈਂ ਵੇਖਿਆ ਵੀਰਪਾਲ ਦੀ ਗੱਲ ਸੁਣ ਕੇ ਡਾਕਟਰ ਸਿੱਧੂ ਦੇ ਚਿਹਰੇ ਉੱਤੇ ਤਸੱਲੀ ਦੇ ਨਾਲ-ਨਾਲ ਹੈਰਾਨੀ ਵਾਲੀਆਂ ਲਕੀਰਾਂ ਵੀ ਉੱਭਰ ਆਈਆਂ ਸੀ। ਸ਼ਾਇਦ ਉਹ ਵੀਰਪਾਲ ਦੇ ਵਡੱਪਣ ਬਾਰੇ ਸੋਚ ਰਹੇ ਹੋਣ। ਮੇਰੇ ਵੱਲੋਂ ਨਿਸ਼ਚਿੰਤ ਹੋਣ ਤੋਂ ਬਾਅਦ ਡਾਕਟਰ ਸਿੱਧੂ ਪੀਜੀਆਈ ਦੀ ਟ੍ਰਾਂਸਪਲਾਂਟ ਟੀਮ ਨੂੰ ਸੂਚਿਤ ਕਰਨ ਚਲੇ ਗਏ। ਹੇਠਾਂ ਆਏ ਤਾਂ ਉਹਨਾਂ ਦੇ ਹੱਥ ਵਿੱਚ ਫਾਈਲ ਸੀ। ਇਸ਼ਾਰਾ ਕਰਕੇ ਮੈਨੂੰ ਆਈਸੀਯੂ ਵੱਲ ਲੈ ਤੁਰੇ। ਮੈਂ ਵੀ ਚਾਹੁੰਦਾ ਸੀ ਤੇ ਸਰਜਨ ਮਹਾਰਾ ਨੇ ਵੀ ਕਿਹਾ ਕਿ ਆਪਰੇਸ਼ਨ ਤੋਂ ਪਹਿਲਾਂ ਸਾਰੀ ਗੱਲ ਸ਼ਰਨ ਨੂੰ ਦੱਸੀ ਜਾਵੇ। ਦਾਨੀ ਦੇ ਚੱਲ ਕੇ ਆਉਣ ਤੇ ਸਰਜਨ ਟੀਮ ਦੀ ਹਰੀ ਝੰਡੀ ਤੋਂ ਬਾਅਦ ਡਾਕਟਰ ਸਿੱਧੂ ਦੇ ਮਨ ਦੀਆਂ ਕਈ ਉਮੀਦਾਂ ਨੂੰ ਬੂਰ ਪੈਣ ਦੀ ਝਲਕ ਉਹਨਾਂ ਦੀ ਧੂਰ ਤੇ ਰਵੱਈਏ ਤੋਂ ਪੈਣ ਲੱਗ ਪਈ ਸੀ। ਸਾਨੂੰ ਫਿਰ ਤੋਂ ਆਪਣੇ ਵੱਲ ਆਉਂਦਿਆਂ ਵੇਖ ਸ਼ਰਨ ਹੈਰਾਨ ਹੋਈ। ਡਾਕਟਰ ਸਿੱਧੂ ਨੇ ਬਾਹਰ ਹੋਈ ਸਾਰੀ ਗੱਲਬਾਤ ਆਪਣੀ ਜ਼ੁਬਾਨੀ ਸ਼ਰਨ ਨੂੰ ਦੱਸਣ ਲਈ ਮੈਨੂੰ ਕਿਹਾ ਤੇ ਆਪ ਥੋੜਾ ਹਟ ਕੇ ਖਲੋ ਗਏ। ਵੇਖ ਸ਼ਰਨ, ਕੁਝ ਰਿਸ਼ਤੇ ਕੁਦਰਤ ਸਿਰਜਦੀ ਆ ਤੇ ਕੁਝ ਮਨੁੱਖ ਦਾ ਮਨ, ਜਿਸ ਨੂੰ ਅਕਸਰ ਅਸੀਂ ਰੂਹਾਨੀ ਕਹਿ ਲੈਂਦੇ ਹਾਂ, ਉਹ ਆਪ ਸਿਰਜ ਲੈਂਦਾ। ਸਮਾਜਿਕ ਰਿਸ਼ਤੇ ਨਿਭਾਉਂਦਿਆਂ ਸਾਨੂੰ ਹੱਕ ਤੇ ਫਰਜ਼ ਨਾਲੋਂ ਨਾਲ ਤੋਰਨੇ ਪੈਂਦੇ ਨੇ, ਪਰ ਮਨਾਂ ਦੀ ਇੰਜ ਵਾਲੀ ਸਿਰਜਣਾ ਵਿੱਚ ਦੂਜੇ ਪ੍ਰਤੀ ਤਿਆਗ ਹੁੰਦਾ, ਦੂਜੇ ਦੇ ਕਿਸੇ ਕੰਮ ਆ ਸਕਣ ਦੀ ਲਲਕ ਹੁੰਦੀ ਆ। ਰੂਹਾਂ 'ਚ ਰਮੇ ਇਹਨਾਂ ਰਿਸ਼ਤਿਆਂ ਵਿੱਚ ਮੇਲ ਮਿਲਾਪ ਬਹੁਤਾ ਮਾਇਨੇ ਨਹੀਂ ਰੱਖਦੇ। ਦੋਹਾਂ ਦੀਆਂ ਭਾਵਨਾਤਮਕ ਤਰੰਗਾਂ ਵਿੱਚ ਜੋੜ ਬਣਿਆ ਰਹਿੰਦਾ। ਤੈਨੂੰ ਪਤਾ, ਅਸੀਂ ਆਪਣੇ ਰਿਸ਼ਤੇ ਨੂੰ ਕੋਈ ਨਾਂ ਨਹੀਂ ਦਿੱਤਾ, ਪਰ ਮੇਰਾ ਵਿਸ਼ਵਾਸ ਹੈ ਕਿ ਇਹ ਬੇਨਾਮ ਰਿਸ਼ਤਾ ਕੁਦਰਤੀ ਰਿਸ਼ਤਿਆਂ ਤੋਂ ਪਵਿੱਤਰ, ਸੱਚਾ ਸੁੱਚਾ, ਬੇਦਾਗ ਤੇ ਬੇਗਰਜ਼ ਹੈ। ਕੁਦਰਤ ਨੇ ਤੈਨੂੰ ਅਜਿਹੀ ਥਾਂ ਲਿਆ ਖੜਾ ਕੀਤਾ ਜਿੱਥੇ ਕਿਸੇ ਹੋਰ ਦਾ ਗੁਰਦਾ ਤੇਰੀ ਜ਼ਿੰਦਗੀ ਦੀ ਚਾਲ ਬਣਾਈ ਰੱਖ ਸਕਦਾ। ਮੈਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ ਜੇਕਰ ਮੇਰਾ ਇੱਕ ਅੰਗ ਤੇਰੀਆਂ ਧੜਕਣਾਂ ਦਾ ਸਾਂਝੀਦਾਰ ਬਣ ਕੇ ਖੁਦ ਉਹਨਾਂ ਨਾਲ ਧੜਕਣ ਲੱਗ ਪਵੇ। ਮੇਰੀ ਗੱਲ ਸੁਣ ਕੇ ਤੇਰੇ ਮਨ ਵਿੱਚ ਆਇਆ ਸਵਾਲ ਮੈਂ ਪੜ੍ਹ ਲਿਆ।
ਤੂੰ ਇਹੀ ਸੋਚ ਰਹੀ ਹੈ ਨਾ ਕਿ ਅਜਿਹਾ ਫੈਸਲਾ ਲੈਣ ਮੌਕੇ ਮੈਨੂੰ ਆਪਣੀ ਪਤਨੀ ਨੂੰ ਪੁੱਛਣਾ ਬਣਦਾ। ਉਸਨੇ ਕੀ ਕਿਹਾ, ਇਹ ਤੈਨੂੰ ਡਾਕਟਰ ਸਾਹਿਬ ਹੀ ਦੱਸਣਗੇ। ਤੇ ਮੈਂ ਆਪਣੀ ਪਤਨੀ ਨਾਲ ਹੋਈ ਗੱਲਬਾਤ ਸ਼ਰਨ ਨੂੰ ਦੱਸਣ ਲਈ ਡਾਕਟਰ ਸਿੱਧੂ ਨੂੰ ਇਸ਼ਾਰਾ ਕੀਤਾ। ਜਿਵੇਂ ਹੀ ਡਾਕਟਰ ਸਿੱਧੂ ਨੇ ਵੀਰਪਾਲ ਵਾਲੀ ਗੱਲ ਦੱਸੀ ਤਾਂ ਸ਼ਰਨ ਦੇ ਦੋਵੇਂ ਹੱਥ ਵਾਹਿਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਗਏ। ਕੱਸ ਕੇ ਜੁੜੇ ਹੱਥਾਂ ਹੇਠੋਂ ਫਰਕਦੇ ਉਸਦੇ ਬੁੱਲ ਸਾਨੂੰ ਦਿਸ ਰਹੇ ਸਨ। ਉਸਦੇ ਮਨ ਦਾ ਵਹਿਣ ਬੰਦ ਅੱਖਾਂ ਚੋਂ ਵੀ ਪਰਲ ਪਰਲ ਵਹਿ ਰਿਹਾ ਸੀ। ਵੱਖਰੀ ਤਰ੍ਹਾਂ ਦੀ ਖਾਮੋਸ਼ੀ ਨੇ ਕਮਰੇ ਨੂੰ ਆਪਣੀ ਪਕੜ ਵਿੱਚ ਲੈ ਲਿਆ ਸੀ। ਸਾਡੇ ਤਿੰਨਾਂ ਦੀਆਂ ਜ਼ਬਾਨਾਂ ਬੇਹਰਕਤ ਸਨ, ਪਰ ਮਨਾਂ ਦੀਆਂ ਤਰੰਗਾਂ ਆਪਸ ਵਿੱਚ ਬੜਾ ਕੁਝ ਸਾਂਝਾ ਕਰ ਰਹੀਆਂ ਸਨ। ਅਸੀਂ ਆਪਣੇ ਆਪ ਵਿੱਚ ਉਦੋਂ ਆਏ ਜਦ ਦੋ ਨਰਸਾਂ ਨੇ ਆ ਕੇ ਸਾਨੂੰ ਬਾਹਰ ਜਾਣ ਲਈ ਕਿਹਾ। ਉਹਨਾਂ ਦੇ ਹੱਥ ਵਿਚਲੀ ਟਰੇ ਸ਼ਰਨ ਦੀਆਂ ਦਵਾਈਆਂ ਤੇ ਸੰਭਾਲ ਦਾ ਸੰਕੇਤ ਸੀ। ਪਿੰਡ ਮੰਮੀ ਪਾਪਾ ਨਾਲ ਵੀ ਮੇਰੀ ਗੱਲ ਹੋ ਗਈ ਆ ਤੇ ਅਸੀਂ ਹੁਣ ਇਸ ਬਾਰੇ ਕਾਗਜ਼ੀ ਰਸਮਾਂ ਪੂਰੀਆਂ ਕਰਦੇ ਹਾਂ। ਕਈ ਦਫ਼ਤਰਾਂ ਵਿੱਚ ਵੀ ਜਾਣਾ ਪੈਣਾ। ਡਾਕਟਰ ਸਿੱਧੂ ਨੇ ਨੇੜੇ ਹੋ ਕੇ ਸ਼ਰਨ ਨੂੰ ਕਿਹਾ ਤੇ ਅਸੀਂ ਹੇਠਾਂ ਆ ਗਏ। ਗੁਰਦਾਦਾਨੀ ਯਾਨੀ ਮੇਰੇ ਖੂਨ ਤੇ ਹੋਰ ਟੈਸਟਾਂ ਦੀਆਂ ਰਿਪੋਰਟ ਆ ਗਈਆਂ ਸੀ। ਸਾਰਾ ਕੁਝ ਠੀਕ ਹੋਣ ਤੇ ਅਸੀਂ ਤਸੱਲੀ ਮਹਿਸੂਸ ਕੀਤੀ। ਹਰ ਚੜ੍ਹਿਆ ਦਿਨ ਸ਼ਰਨ ਦੀ ਹਾਲਤ ਪਤਲੀ ਕਰ ਰਿਹਾ ਸੀ। ਡਾਕਟਰ ਟੀਮ ਦਾ ਕਹਿਣਾ ਸੀ ਕਿ ਬਹੁਤੀ ਦੇਰੀ ਕਿਤੇ ਪਛਤਾਵੇ ਵਿੱਚ ਨਾ ਬਦਲ ਜਾਏ। ਆਮ ਹਾਲਤਾਂ ਵਿੱਚ ਸ਼ਨੀਚਰ ਤੇ ਐਤਵਾਰ ਨੂੰ ਇੰਜ ਦੇ ਆਪਰੇਸ਼ਨ ਨਹੀਂ ਸੀ ਕੀਤੇ ਜਾਂਦੇ। ਡਾਕਟਰ ਟੀਮ ਦਾ ਕਹਿਣਾ ਸੀ ਕਿ ਵੀਰਵਾਰ ਸ਼ਾਮ ਤੱਕ ਫਾਈਲ ਤਿਆਰ ਹੋ ਜਾਵੇ ਤਾਂ ਵੀਕਐਂਡ ਵਾਲੀ ਦੇਰੀ ਤੋਂ ਬਚਾਅ ਹੋ ਸਕਦਾ। ਬੇਸ਼ੱਕ ਡਾਕਟਰ ਸਿੱਧੂ ਦੀ ਜਾਣ ਪਹਿਚਾਣ ਕਾਫੀ ਸੀ। ਉਸਦੇ ਕਈ ਦੋਸਤ ਉੱਥੇ ਦਫ਼ਤਰਾਂ ਵਿੱਚ ਲੱਗੇ ਹੋਏ ਸਨ। ਫਿਰ ਵੀ ਸਾਨੂੰ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਵਿੱਚ 2 ਦਿਨ ਲੱਗ ਗਏ। ਭੱਜ ਦੌੜ ਕਰਕੇ ਅਸੀਂ ਵੀਰਵਾਰ ਸ਼ਾਮ ਤੱਕ ਫਾਈਲ ਡਾਕਟਰ ਟੀਮ ਦੇ ਹੱਥ ਫੜਾ ਦਿੱਤੀ। ਆਪਰੇਸ਼ਨ ਲਈ ਸ਼ੁੱਕਰਵਾਰ ਦੁਪਹਿਰ ਦਾ ਸਮਾਂ ਤੈਅ ਹੋ ਗਿਆ। ਉਸੇ ਰਾਤ ਮੈਨੂੰ ਦਾਖਲ ਕੀਤੇ ਜਾਣ ਲਈ ਕਹਿ ਦਿੱਤਾ। ਮੈਂ ਵੀਰਪਾਲ ਨੂੰ ਫੋਨ ਕਰਕੇ ਇਸ ਬਾਰੇ ਦੱਸਿਆ। ਉਸਨੇ ਅਗਲੇ ਦਿਨ ਉੱਥੇ ਪਹੁੰਚਣ ਦਾ ਪ੍ਰੋਗਰਾਮ ਪਹਿਲਾਂ ਹੀ ਬਣਾ ਲਿਆ ਹੋਇਆ ਸੀ। ਹੋਸ਼ ਕਾਇਮ ਰਹਿਣ ਤੱਕ ਮੈਂ ਵੇਖ ਰਿਹਾ ਸੀ ਕਿ ਵੱਡ ਆਕਾਰੀ ਆਪਰੇਸ਼ਨ ਥੀਏਟਰ ਵਿੱਚ ਮੇਰੇ ਵਾਲੇ ਟੇਬਲ ਤੋਂ ਪਰਲੇ ਪਾਸੇ ਵਾਲੇ ਟੇਬਲ ਉੱਤੇ ਸ਼ਰਨ ਨੂੰ ਲਟਾਇਆ ਗਿਆ ਸੀ। ਐਨਸਥੀਸੀਆ ਕਾਰਨ ਪਲ ਪਲ ਮੇਰੇ ਹੋਸ਼ ਹਵਾਸ ਘਟ ਰਹੇ ਸੀ। ਅੱਖਾਂ ਤਾਂ ਮੈਂ ਆਪ ਹੀ ਬੰਦ ਕੀਤੀਆਂ ਸੀ, ਪਰ ਕੰਨ ਕਦੋਂ ਬੰਦ ਹੋਏ ਮੈਨੂੰ ਕੁਝ ਨਹੀਂ ਪਤਾ। ਲੰਮੀ ਨੀਂਦ ਤੋਂ ਬਾਅਦ ਮੇਰੀ ਹੋਸ਼ ਪਰਤੀ ਤਾਂ ਐਤਵਾਰ ਚੜ ਚੁੱਕਾ ਸੀ। ਬੈੱਡ ਜਿਸ ਉੱਤੇ ਮੈਂ ਲੇਟਿਆ ਹੋਇਆ ਸੀ ਤੋਂ ਸੱਜੇ ਪਾਸੇ ਵੱਲ ਮੁੜਿਆ ਹੀ ਨਹੀਂ ਸੀ ਜਾ ਸਕਦਾ। ਥੋੜੀ ਥੋੜੀ ਦਰਦ ਵੀ ਸੱਜੇ ਪਾਸੇ ਹੋ ਰਹੀ ਸੀ। ਲੰਮੀ ਸਾਰੀ ਪੱਟੀ ਕੀਤੀ ਹੋਈ ਸੀ ਉਸ ਪਾਸੇ। ਮੈਂ ਆਪਣੇ ਆਪ ਵਿੱਚ ਆਉਣ ਲੱਗ ਪਿਆ ਸੀ। ਯਾਦਾਂ ਵਾਲੀ ਪਟਾਰੀ ਖੁੱਲਣ ਲੱਗ ਪਈ ਸੀ। 3 ਡਾਕਟਰਾਂ ਵੱਲੋਂ ਮੈਨੂੰ ਵੈਰੀ ਗੁੱਡ ਕਹਿ ਕੇ ਸ਼ੁਭ ਇਸ਼ਾਵਾਂ ਦਿੱਤੀਆਂ ਗਈਆਂ। ਵਿੱਚ ਵਾਰ ਨਰਸਾਂ ਚੰਗੀਆਂ ਗੱਲਾਂ ਕਰ ਜਾਂਦੀਆਂ ਸੀ। ਪੂਰੀ ਸੁਰਤ ਬਰਤਨ ਤੱਕ ਸ਼ਾਮ ਹੋਣ ਵਾਲੀ ਸੀ। ਮੈਂ ਵੇਖਿਆ ਨਰਸਾਂ ਦੇ ਪਿੱਛੇ ਪਿੱਛੇ ਨੀਲੇ ਗਾਊਨ ਵਿੱਚ ਲਿਪਟਿਆ ਕੋਈ ਹੋਰ ਆ ਰਿਹਾ। ਸਿਰਫ ਅੱਖਾਂ ਨੰਗੀਆਂ ਸਨ। ਕੋਲ ਆ ਕੇ ਉਸਨੇ ਮੇਰੇ ਉੱਤੇ ਝੁੱਕ ਕੇ ਹੱਥ ਫੜਿਆ ਤੇ ਚੁੰਮ ਕੇ ਆਪਣੇ ਮੱਥੇ ਲਾਇਆ। ਹੱਥਾਂ ਦੀ ਛੋਹ ਤੋਂ ਮਹਿਸੂਸ ਹੋਇਆ ਇਹ ਤਾਂ ਕੋਈ ਆਪਣਾ ਹੀ ਆ। ਕੰਨਾਂ ਵਿੱਚ ਆਵਾਜ਼ ਪਈ, ਕਿਵੇਂ ਹੋ ਹੁਣ? ਮੈਂ ਹੈਰਾਨ, ਇਹ ਤਾਂ ਵੀਰਪਾਲ ਹੈ। ਉਸਦੀ ਛੋਹ ਤੋਂ ਸ਼ਾਇਦ ਮੇਰੇ ਚਿਹਰੇ ਤੇ ਕੋਈ ਪ੍ਰਭਾਵ ਉਪਰਿਆ ਹੋ ਜਿਸ ਨੂੰ ਵੀਰਪਾਲ ਨੇ ਪੜ੍ਹ ਲਿਆ ਸੀ। ਇੰਜ ਕਿਉਂ ਸੋਚਦੇ ਹੋ? ਤੁਸੀਂ ਉਹ ਨੇਕ ਕੰਮ ਕੀਤਾ ਜੋ ਲੱਖਾਂ ਚੋਂ ਕੋਈ ਇੱਕ ਕਰ ਸਕਦਾ। ਤੇ ਮੇਰੀਆਂ ਅੱਖਾਂ ਸਾਫ਼ ਕਰ ਰਹੀ ਸੀ। ਕੁਝ ਦਿਨਾਂ ਬਾਅਦ ਇਹਤਿਆਤੀ ਹਦਾਇਤਾਂ ਦੇ ਕੇ ਸਾਡੀ ਦੋਹਾਂ ਦੀ ਹਸਪਤਾਲ ਤੋਂ ਛੁੱਟੀ ਹੋ ਗਈ। ਸ਼ਰਨ ਦੇ ਪਰਿਵਾਰ ਨੂੰ ਮੌਤ ਦੇ ਸ਼ਿਕੰਜੇ ਚੋਂ ਛੁੱਟ ਕੇ ਆਈ ਉਹਨਾਂ ਦੀ ਧੀ, ਪਤਨੀ, ਮਾਂ ਤੇ ਭੈਣ ਮਿਲ ਗਈ ਸੀ। ਤੇ ਮੇਰੇ ਪਰਿਵਾਰ ਨੂੰ ਆਪਣੇ ਉਸ ਪੁੱਤਰ, ਪਤੀ, ਪਿਤਾ ਤੇ ਭਰਾ ਉੱਤੇ ਫਖਰ ਹੋ ਰਿਹਾ ਸੀ ਜਿਸ ਨੇ ਆਪਣੇ ਆਪ ਨੂੰ ਤਾਕ ਉੱਤੇ ਲਾ ਕੇ ਕਿਸੇ ਨੂੰ ਮੌਤ ਦੇ ਪੰਜਿਆਂ ਵਿੱਚੋਂ ਛੁਡਵਾ ਲਿਆ ਸੀ। ਕਈ ਸਾਲ ਲੰਘ ਗਏ ਨੇ। ਦੋਹਾਂ ਪਰਿਵਾਰਾਂ ਦੇ ਬੱਚੇ ਵਿਆਹੇ ਗਏ ਨੇ। ਬੱਚੇ ਤਾਂ ਸਕਿਆਂ ਤੋਂ ਕਿਤੇ ਵੱਧ ਇੱਕ ਦੂਜੇ ਲਈ। ਸ਼ਰਨ ਗਜ਼ਟਡ ਅਫਸਰ ਬਣ ਗਈ ਹੋਈ ਹੈ। ਚੰਗੇ ਕੰਮਾਂ ਬਦਲੇ ਅਣਗਿਣਤ ਅਵਾਰਡ ਉਸਦੀ ਝੋਲੀ ਪਏ ਨੇ। ਪਰ ਅਸੀਂ ਅੱਜ ਵੀ ਇੱਕ ਦੂਜੇ ਲਈ ਭਾਜੀ ਤੇ ਸ਼ਰਨ ਹੀ ਆ। ਆਪਣੇ ਰਿਸ਼ਤੇ ਉੱਤੇ ਕੋਈ ਸਮਾਜਿਕ ਛਤਰੀ ਤਾਣਨ ਦੀ ਲੋੜ
ਕਦੇ ਮਹਿਸੂਸ ਹੀ ਨਹੀਂ ਹੋਈ ਸਨ। ਲੋੜ ਮਹਿਸੂਸ ਹੋਵੇ ਵੀ ਕਿਉਂ, ਸਾਡਾ ਰਿਸ਼ਤਾ ਤਾਂ ਰੂਹਾਂ 'ਚੋਂ ਰਮਿਆ ਹੋਇਆ। ਸੋ ਇਸ ਤਰ੍ਹਾਂ ਦੇ ਬੇਨਾਮ ਤੇ ਰੂਹਾਂ 'ਚ ਰਮਿਆ ਹੋਏ ਰਿਸ਼ਤਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ? ਕਿ ਤੁਹਾਡਾ ਵੀ ਇਸ ਤਰ੍ਹਾਂ ਦਾ ਕਿਸੇ ਨਾਲ ਕੋਈ ਰੂਹਾਂ ਦਾ ਰਿਸ਼ਤਾ ਹੈ? ਜ਼ਰੂਰ ਲਿਖ ਕੇ ਦੱਸਿਓ। ਤੇ ਜੇਕਰ ਕਹਾਣੀ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ, ਦੋਸਤਾਂ ਨਾਲ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ। ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਸੀਂ ਚੈਨਲ ਉੱਪਰ ਜਾ ਕੇ ਸੁਣ ਸਕਦੇ ਹੋ। ਉਮੀਦ ਹੈ ਤੁਹਾਨੂੰ ਉਹ ਵੀ ਇਸੇ ਤਰ੍ਹਾਂ ਬਹੁਤ ਪਸੰਦ ਆਉਣਗੀਆਂ।